ਗਾਵਹੁ ਸਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕਾ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਿਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਸਤਿਨਾਮ ਜੀ। ਵਾਹਿਗੁਰੂ ਜੀਓ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੂ। ਜਿਉ ਜਲ ਜਲ ਮੈਂ ਭੈਸ ਨ ਨਿਕਸੈ, ਤਿਉ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ, ਜੋ ਤਨ ਕਾਸੀ ਤਜਹਿ ਕਬੀਰਾ। ਰਮਈਐ ਕਹਾ ਨਿਹੋਰਾ ਰਹਾਉ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨ ਭੂਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ, ਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ 692 ਅੰਕ 'ਤੇ ਹੈ। ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
ਸੋ ਇਹਦੇ ਵਿੱਚ ਕਾਸ਼ੀ ਤੇ ਮਗਹਰ ਦੀ ਧਰਤੀ ਦੇ ਜ਼ਿਕਰ ਕੀਤੇ ਨੇ। ਜਗ੍ਹਾ ਦਾ ਕੋਈ ਸੰਬੰਧ ਨਹੀਂ ਹੁੰਦਾ, ਜਗ੍ਹਾ 'ਤੇ ਜੋ ਰਹਿਣੇ ਵਾਲਾ ਉਹ ਕਿਹੋ ਜਿਹਾ ਹੈ ਉਹ ਜ਼ਿਆਦਾ ਕਾਊਂਟ ਕਰਦਾ ਹੈ। ਧਰਤੀ ਜਿਹੜੀ ਮਰਜ਼ੀ ਹੈ, ਜੇ ਪਾਵਨ ਤੋਂ ਪਾਵਨ ਧਰਤੀ 'ਤੇ ਰਹਿਣੇ ਵਾਲਾ ਅਪਵਿੱਤਰ ਹੈ, ਬੇਵਿਚਾਰੀ ਹੈ, ਇਹ ਥੋੜ੍ਹੀ ਵੀ ਹਾਂ ਉਹਦੀ ਮੁਕਤੀ ਹੋ ਜਾਊ, ਸਵਰਗਾਂ ਨੂੰ ਚਲੇ ਜਾਊ। ਉਹ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੋਗੇਗਾ। ਅਤੇ ਜੇ ਧਰਤੀ ਮਾੜੀ ਹੈ, ਸਰਾਪੀ ਹੋਈ ਹੈ, ਅਤੇ ਰਹਿਣੇ ਵਾਲਾ ਉੱਥੇ ਬੰਦਗੀ ਵਾਲਾ ਆ, ਨਾਮ ਜਪਦਾ, ਬੰਦਗੀ ਕਰਦਾ ਹੈ, ਉਹ ਨਰਕਾਂ ਨੂੰ ਕਿਵੇਂ ਜਾਵੇਗਾ। ਅਸਲ ਦੇ ਵਿੱਚ ਧਰਤੀ ਹੀ ਇਹ ਸਰੀਰ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਸਰੀਰ ਨੂੰ ਧਰਤੀ ਕਹਿ ਦਿੱਤਾ, ਹਿਰਦੇ ਨੂੰ ਧਰਤੀ ਕਹਿ ਦਿੱਤਾ। ਜਿੱਦਾਂ ਦੇ ਕਰਮ ਕਰਨੇ ਨੇ ਉੱਦਾਂ ਦਾ ਸਰੀਰ ਹੋ ਜਾਂਦਾ ਹੈ। ਇਹੋ ਹੀ ਸਰੀਰ ਨੇ ਜਿਹਨਾਂ ਨਾਲ ਪਾਪ ਕੀਤੇ ਜਾਂਦੇ ਨੇ, ਮਾੜੇ ਕਰਮ ਲੋਕ ਕਰਦੇ ਨੇ। ਸਰੀਰ ਤਾਂ ਇੱਕੋ ਜਿਹੇ ਨੇ ਸਾਰਿਆਂ ਦੇ, ਇੱਕ ਪਾਪੀ ਬਣ ਗਿਆ, ਇੱਕ ਪੁੰਨੀ ਬਣ ਗਿਆ, ਇੱਕ ਭਗਤ ਬਣ ਗਿਆ। ਸੋਚ ਜਿਹੋ ਜਿਹੀ ਹੁੰਦੀ ਬੰਦੇ ਦੀ, ਉੱਦਾਂ ਦਾ ਇਹ ਸਰੀਰ ਹੋ ਜਾਂਦਾ ਹੈ। ਖੇਤ ਦਾ ਕੀ ਕਸੂਰ ਹੈ? ਖੇਤੀ ਕਰਨੇ ਵਾਲਾ ਜਿਹੜਾ ਖੇਤ ਦਾ ਮਾਲਕ ਹੈ, ਜ਼ਿਮੀਂਦਾਰ ਹੈ, ਹੁਣ ਉਹਦੇ 'ਚ ਜਿਹੜੇ ਬੀਜ ਖੇਤ 'ਚ ਉਹਨੇ ਬੀਜਣੇ ਹੈ, ਅਤੇ ਖੇਤ ਤਾਂ ਫਿਰ ਉਸੇ ਫਸਲ ਦਾ ਖੇਤ ਖਾਵੇਗਾ। ਸੋ ਕਣਕ ਬੀਜੀ, ਕਣਕ ਦਾ ਖੇਤ ਹੈ, ਉਹ ਜ਼ਿਮੀਂਦਾਰ ਨੇ ਕਣਕ ਬੀਜੀ ਹੈ। ਗੰਨੇ ਬੀਜ ਦਿੱਤੇ, ਕਹਿਣਾ ਗੰਨਿਆਂ ਦਾ ਖੇਤ ਹੈ। ਜੇ ਸੇਬਾਂ ਦਾ ਬਾਗ ਹੈ, ਕਹਿਣਾ ਸੇਬਾਂ ਦਾ ਬਾਗ ਹੈ। ਸੇਬ ਨੇ ਜੇ ਹੋ ਰਿਹਾ, ਸੇਬਾਂ ਦਾ ਬਾਗ ਹੈ, ਖਜੂਰਾਂ ਦਾ ਬਾਗ ਹੈ। ਅਤੇ ਜਿਹੜੇ ਕਿੱਕਰਾਂ ਹੀ ਕਿੱਕਰਾਂ ਨੇ, ਕਹਿਣਾ ਕਿੱਕਰਾਂ ਦੇ ਹੀ ਦਰੱਖਤ ਹੈ ਇੱਥੇ ਤਾਂ, ਇੱਥੇ ਤਾਂ ਝਾੜੀਆਂ ਨੇ, ਧਰਤੀ 'ਤੇ ਝਾੜੀਆਂ ਨੇ, ਕਿੱਕਰਾਂ ਨੇ। ਸੋ ਜੋ ਬੀਜ ਬੀਜਣਾ ਨਾ, ਉਸ ਖੇਤ ਦਾ ਉਹ ਨਾਂ ਪੈ ਜਾਂਦਾ। ਇੱਦਾਂ ਹੀ ਸਰੀਰ ਰੂਪ ਖੇਤ ਦਾ, ਇਹ ਜੀਵ ਰੂਪ ਮਨੁੱਖ ਦਾ ਉਹ ਨਾਮ ਪੈ ਜਾਂਦਾ ਜੋ ਇਸ ਦੇ ਅੰਦਰ ਇਹ ਆਪ ਬੀਜ ਬੀਜਦਾ, ਉੱਦਾਂ ਦਾ ਇਸ ਦਾ ਨਾਮ ਪੈ ਜਾਂਦਾ। ਧਰਮ ਕਮਾਵੈ ਧਰਮੀ ਨਾਉ ਹੋਵੈ, ਪਾਪ ਕਮਾਉਣਾ ਪਾਪੀ ਜਾਣੀਐ। ਇਹ ਧਰਮ ਕਮਾਊਗਾ ਇਸ ਸਰੀਰ ਦੇ ਨਾਲ, ਸਾਰੇ ਨੂੰ ਸੰਤ ਜੀ, ਭਗਤ ਜੀ ਕਹਿਣਗੇ, ਭਲਾ ਮਨੁੱਖ ਕਹਿਣਗੇ। ਜੇ ਇਸ ਸਰੀਰ ਨਾਲ ਪਾਪ ਕਮਾਵੇਗਾ, ਕੋਈ ਚੋਰ, ਕੋਈ ਠੱਗ, ਕਿਸੇ ਕਿੰਨੇ ਨਾਵਾਂ ਦੇ ਨਾਲ ਪੁਕਾਰਨਗੇ ਜਿਹੋ ਜਿਹਾ ਕਰਮ ਕੀਤਾ। ਇਸ ਕਰਕੇ ਸੋਚ ਜਿਹੜੀ ਹੈ ਨਾ, ਉਹਦੇ 'ਤੇ ਡਿਪੈਂਡਡ ਹੈ। ਕਾਸ਼ੀ ਅਤੇ ਮਗਹਰ, ਇਹ ਮਗਹਰ ਵੀ ਇੱਕ ਯੂਪੀ ਦਾ ਪਿੰਡ ਹੈ। ਹੁਣ ਤਾਂ ਇਹ ਪਿੰਡ ਕਾਫੀ ਵੱਧ ਗਿਆ, ਵੱਡਾ ਹੋ ਗਿਆ, ਕਿਉਂਕਿ ਕਬੀਰ ਸਾਹਿਬ ਜੀ ਇੱਥੇ ਪਹੁੰਚ ਗਏ ਸੀ। ਇਹ ਕਲਰਾਠੀ ਧਰਤੀ ਸੀ ਸਾਰੀ, ਇੱਥੇ ਕੁਝ ਨਹੀਂ ਸੀ ਆਉਂਦਾ। ਉਖਰ ਮਗਹਰ, ਉਖਰ, ਇਹਨੂੰ ਉਖਰ ਕਹਿ ਦਿੱਤਾ, ਜਿਹ 'ਚ ਕੁਛ ਪੈਦਾ ਨਹੀਂ ਹੁੰਦਾ। ਸੋ ਇਹ ਮੰਨਿਆ ਜਾਂਦਾ ਸੀ ਵੀ ਕਾਸ਼ੀ ਸ਼ਿਵ ਜੀ ਦੀ ਨਗਰੀ ਹੈ, ਇਹਨੂੰ ਵਰ ਪ੍ਰਾਪਤ ਹੈ। ਜਿਹੜਾ ਇਹਦੇ ਵਿੱਚ ਮਰੇਗਾ ਸ਼ਿਵਪੁਰੀ ਜਾਵੇਗਾ, ਅਤੇ ਜਿਹੜਾ ਮਗਹਰ ਦੀ ਧਰਤੀ 'ਤੇ ਮਰੇਗਾ ਖੋਤੇ ਦੀ ਜੂਨ ਪਵੇਗਾ। ਵੀ ਸ਼ਰਾਪ ਹੈ। ਇਸ ਗੱਲ ਨੂੰ ਕਬੀਰ ਸਾਹਿਬ ਨੇ ਝੂਠਾ ਕਰ ਦਿੱਤਾ। ਕਹਿੰਦੇ ਭਾਈ ਰਾਮ ਹਿਰਦੈ ਚਾਹੀਦਾ, ਧਰਤੀ ਜਿਹੜੀ ਮਰਜ਼ੀ ਹੋਵੇ, ਨਾਮ ਜਪਣੇ ਵਾਲਾ ਚਾਹੀਦਾ। ਕਹਿੰਦੇ ਉਹ ਜਿੱਥੇ ਜਾਂਦਾ, ਮਹਾਰਾਜ ਦੀ ਬਾਣੀ ਵੀ ਕਹਿੰਦੀ ਜੈ ਜਾਈਏ ਤਹਾਂ ਸੁਹੇਲੇ। ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਹੁਣ ਜੇ ਬਾਣੀ ਹਿਰਦੇ ਦੇ ਵਿੱਚ ਹੈ, ਅਤੇ ਇਹਨੇ ਜਿੱਥੇ ਬੈਠਣਾ ਅਤੇ ਸੋ ਥਾਨ ਸੁਹਾਵਾ ਰਾਮ ਰਾਜੇ, ਸਾ ਧਰਤ ਪਈ ਹਰਿਆਵਲੀ। ਮਹਾਰਾਜ ਦੇ ਵਚਨ ਆਉਂਦੇ ਨੇ। ਬਲਕਿ ਜਿੱਥੇ ਨਾਮ ਜਪਿਆ ਜਾਂਦਾ, ਉਹਨੂੰ ਕਹਿਤਾ ਸੇ ਆਸਥਲ ਸੋਇਨ ਚੁਬਾਰੇ। ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ, ਸੇ ਨਗਰ ਉਜਾੜੀ ਜੀਓ। ਕਹਿੰਦੇ ਉਜਾੜ ਬੀਆਬਾਨ ਤਾਂ ਉਹ ਨੇ, ਭਾਵੇਂ ਨਗਰ ਕਿਉਂ ਨਾ ਹੋਣ,
ਭਾਵੇਂ ਉੱਚੀਆਂ ਉੱਚੀਆਂ ਇਮਾਰਤਾਂ, ਐਸ਼ੋ ਸ਼ਰਧ ਦਾ ਸਾਰਾ ਸਮਾਨ ਹੈ, ਜੇ ਬੰਦਗੀ ਨਹੀਂ ਹੈ ਉਹ ਉਜਾੜ ਹੈ, ਉਹ ਨਗਰ ਨਹੀਂ ਹੈ। ਪਾਵਨ ਸ਼ਬਦ ਕਿਰਪਾ ਕਰਦੇ ਨੇ, ਕਹਿੰਦੇ ਜੋ ਜਾਨ, ਜਿਹੜਾ ਵੀ ਜਨ, ਤੇ ਹੁਣ ਭਾਵ ਭਗਤ ਨੂੰ ਤਾਂ ਜਨ ਹੀ ਜਾਣੇਗਾ, ਜਨ ਸੇਵਕ, ਇਸ ਕਰਕੇ ਨਾਮ ਪਹਿਲੋਂ ਹੀ ਜਨ ਕਹਿ ਦਿੱਤਾ। ਜੋ ਜਾਨ ਭਾਉ ਭਗਤ ਕਛ ਜਾਣੈ, ਭਾਉ ਭਗਤ ਪ੍ਰੇਮਾ ਭਗਤੀ, ਪ੍ਰੇਮਾ ਭਗਤੀ ਦੇ ਵਿੱਚ ਕੋਈ ਮਰਜ਼ਾਦਾ ਨਹੀਂ ਰਹਿ ਜਾਂਦੀ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਰਜ਼ਾਦਾ ਤਾਂ ਪ੍ਰੇਮਾ ਭਗਤੀ ਤੋਂ ਥੱਲੇ ਹੈ, ਮਰਜ਼ਾਦਾ ਵਾਲੇ ਸਾਰੇ ਹੀ ਥੱਲੇ ਨੇ ਪ੍ਰੇਮਾ ਭਗਤੀ ਤੋਂ। ਜਿਸ ਦੇ ਅੰਦਰ ਪ੍ਰੇਮਾ ਭਗਤੀ, ਉਹਦੇ ਵਾਸਤੇ ਕਿਸੇ ਵੀ ਮਰਜ਼ਾਦਾ ਦਾ ਕੋਈ ਵੀ ਹੱਦ ਬੰਦਾ ਨਹੀਂ ਹੁੰਦਾ, ਕਿਉਂਕਿ ਉਸ ਦੇ ਅੰਦਰ ਪ੍ਰੇਮ ਦਾ ਜਿਹੜਾ ਸਾਗਰ ਹੈ ਉਹ ਬੜੀਆਂ ਬੜੀਆਂ ਛੱਲਾਂ ਮਾਰਦਾ, ਬੜੀਆਂ ਬੜੀਆਂ ਛੱਲਾਂ ਮਾਰਦਾ ਪ੍ਰੇਮ ਦਾ ਸਾਗਰ। ਪੂਰਨਮਾਸ਼ੀ ਨੂੰ ਜਦੋਂ ਚੰਦਰਮਾ ਪੂਰਾ ਹੁੰਦਾ, ਉਹਨੇ ਕਿ ਪਾਣੀ ਨੂੰ ਪਤਾ ਵੀ ਕਿੱਥੇ ਚੰਦ ਕਿੱਡੀ ਦੂਰ ਹੈ, ਮੈਂ ਉਹਨੂੰ ਮਿਲ ਥੋੜ੍ਹੀ ਸਕਦਾ, ਵੀ ਤਾਂ ਨੂੰ ਉੱਠਦਾ ਪ੍ਰੇਮ, ਛੱਲਾਂ ਮਾਰਦਾ, ਛੱਲਾਂ ਮਾਰਦਾ। ਪ੍ਰੇਮ ਦੀਆਂ ਛੱਲਾਂ ਹੁੰਦੀਆਂ, ਲਹਿਰਾਂ ਵੀ ਨਹੀਂ ਹੁੰਦੀਆਂ ਪ੍ਰੇਮ ਦੀਆਂ, ਇਹਦੀਆਂ ਛੱਲਾਂ ਵੱਜਦੀਆਂ ਇਹਦੀਆਂ। ਜਦੋਂ ਇਹ ਛੱਲਾਂ ਵੱਜਦੀਆਂ ਕੰਢੇ ਭੱਜ ਜਾਂਦੇ ਆ ਸਾਰੇ, ਜਦੋਂ ਛੱਲਾਂ ਵੱਜਦੀਆਂ ਨੇ ਉੱਚੀਆਂ ਉੱਚੀਆਂ, ਫੇਰ ਕੰਢੇ ਭੱਜਦੇ ਆ। ਮਰਜ਼ਾਦਾ ਦੇ ਤਾਂ ਕੰਢੇ ਨੇ, ਭੱਜ ਜਾਂਦੇ ਨੇ ਸਾਰੇ ਜਦੋਂ ਪ੍ਰੇਮ ਦੀਆਂ ਛੱਲਾਂ ਵੱਜਦੀਆਂ ਵੱਡੀਆਂ ਵੱਡੀਆਂ। ਹੁਣ ਜੋ ਜਨ, ਜਿਹੜਾ ਸੇਵਕ, ਜਨ ਸੇਵਕ ਨੂੰ ਕਿਹਾ ਜਾਂਦਾ, ਦਾਸ ਨੂੰ ਕਿਹਾ ਜਾਂਦਾ, ਭਾਉ ਭਗਤ ਕਛ ਜਾਣੈ। ਇੱਕ ਕਿਣਕਾ ਮਾਤਰ ਵੀ ਪ੍ਰੇਮਾ ਭਗਤੀ ਦੇ ਸੰਬੰਧ ਵਿੱਚ ਕੋਈ ਜਾਣ ਗਿਆ, ਇੱਕ ਕਛ ਜਾਣੈ, ਕਛ ਹੁੰਦਾ ਥੋੜ੍ਹਾ, ਜਾਣੈ ਤਾ ਕਉ ਅਚਰਜ ਕਾਹੋ। ਪਹਿਲੀ ਗੱਲ ਤਾਂ ਹੈ ਵੀ ਉਹਦੇ ਵਾਸਤੇ ਕੁਝ ਵੀ ਅਚਰਜ ਬਾਤ ਨਹੀਂ ਹੁੰਦੀ। ਜੋ ਵੀ ਰੱਬ ਕੁਦਰਤ ਦੇ ਦੁਆਰਾ ਕਰਦਾ ਉਹਦੇ ਵਾਸਤੇ ਕੋਈ ਅਚਰਜ ਨਹੀਂ ਹੈ। ਕਹਿੰਦਾ ਇਹ ਤਾਂ ਉਹਦੀ ਖੇਡ ਹੈ। ਛਿਨ ਮੈਂ ਰਾਉ ਰੰਕ ਕੋ ਕਰਹੀ, ਰਾਉ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸੁਖ ਨਾਵੈ, ਇਹ ਤਾਂ ਕੋ ਵਿਵਹਾਰ ਹੈ। ਕੰਗਾਲਾਂ ਨੂੰ ਰਾਜੇ ਬਣਾਉਂਦਾ, ਰਾਜਿਆਂ ਨੂੰ ਕੰਗਾਲ ਕਰ ਦਿੰਦਾ, ਭਰਿਆਂ ਨੂੰ ਸੁਕਾ ਦਿੰਦਾ, ਸੁੱਕਿਆਂ ਨੂੰ ਭਰ ਦਿੰਦਾ। ਨਦੀਆਂ ਦੇ ਵਿੱਚ ਪਰਬਤ ਤੇ ਪਰਬਤਾਂ ਦੀ ਜਗ੍ਹਾ ਨਦੀਆਂ ਚਲਾਉਂਦਾ। ਕੁਝ ਵੀ ਅਚਰਜ ਨਹੀਂ ਹੈ, ਕੁਦਰਤ ਸਾਰੀ ਅਚਰਜ ਹੈ। ਜੋ ਕੁਦਰਤ ਦੁਆਰਾ ਅਸੀਂ ਵੇਖਦੇ ਹਾਂ ਅਚਰਜ ਹੀ ਹੈ ਸਾਰਾ ਕੁਝ। ਬੰਦਾ ਨਹੀਂ ਉਹ ਕੁਝ ਕਰ ਸਕਿਆ ਜੋ ਕੁਦਰਤ ਰੋਜ਼ ਕਰਦੀ ਹੈ। ਠੀਕ ਹੈ, ਮੰਨਿਆ ਬੰਦੇ ਨੇ ਬੜੀ ਤਰੱਕੀ ਕੀਤੀ ਹੈ, ਤਰੱਕੀ ਵੀ ਤਾਂ ਤਦੇ ਹੀ ਹੋਈ ਜੇ ਰੱਬ ਨੇ ਦਿਮਾਗ ਦਿੱਤਾ। ਜੇ ਦਿਮਾਗ ਨਾ ਦਿੰਦਾ ਫਿਰ ਤਰੱਕੀ ਨਹੀਂ ਕਰ ਸਕਦਾ। ਸਾਰੇ ਹੀ ਕਰ ਗਏ। ਚੰਦ ਨੇ ਜਿਹੜੀਆਂ ਕਾਢਾਂ ਕੱਢੀਆਂ ਆ, ਇੱਕ ਇੱਕ ਬੰਦੇ ਦੀ ਕਾਢ ਕੱਢੀ ਹੋਈ ਹੈ, ਇੱਕ ਇੱਕ ਬੰਦੇ ਦੀ, ਸਾਰੇ ਥੋੜ੍ਹੀ, ਸਾਰੇ ਨੇ। ਸੋ ਜਿਸ ਨੂੰ ਉਸਨੇ ਥੋੜ੍ਹਾ ਜਿਹਾ ਵੀ ਦਿਮਾਗ ਜ਼ਿਆਦਾ ਦਿੱਤਾ, ਕੋਈ ਕਾਢ ਕੱਢ ਗਿਆ, ਕਿਸੇ ਨਾ ਕਿਸੇ ਪਾਸੇ ਤਰੱਕੀ ਕਰ ਗਿਆ। ਮਹਾਰਾਜ ਤਾਂ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਿਆ ਕਰ, ਬਾਣੀ ਪੜ੍ਹਿਆ ਕਰ, ਬੁੱਧੀ ਵਿੱਚ ਬੜੀ ਤਾਕਤ ਆਉਂਦੀ ਹੈ। ਤੱਤ ਬੁੱਧ ਪ੍ਰਾਪਤ ਹੁੰਦੀ, ਤੱਤ ਬੁੱਧ ਬਾਣੀ ਦੇ ਨਾਲ। ਜਦੋਂ ਤੱਤ ਬੁੱਧ ਮਿਲ ਗਈ, ਕੋਈ ਨਾ ਕੋਈ ਕਾਢ ਹੀ ਕੱਢੇਗਾ, ਨਵੀਂ ਚੀਜ਼ ਉਹ ਲਿਆ ਕੇ ਦੇਵੇਗਾ ਜਦੋਂ ਤੱਤ ਬੁੱਧ ਹੋ ਜਾਂਦੀ ਹੈ। ਜਿੱਧਰਲੇ ਪਾਸੇ ਤੱਤ ਬੁੱਧ ਨੂੰ ਲਾ ਲਓ, ਉੱਧਰ ਇੱਕ ਵਿਲੱਖਣ ਚੀਜ਼ ਬੁੱਧੀ ਬਾਹਰ ਕੱਢ ਕੇ ਰੱਖ ਦਿੰਦੀ ਹੈ। ਬਾਣੀ ਵਾਲੇ ਪਾਸੇ ਲਾ ਲਓ, ਬਹੁਤ ਵਧੀਆ ਸਾਨੂੰ ਸਮਝਾਉਣ ਨੂੰ, ਸਮਝਣ ਨੂੰ ਮਿਲਦਾ। ਇਸ ਤੱਤ ਬੁੱਧ ਦੀ ਦਾਤ ਪ੍ਰਾਪਤ ਹੁੰਦੀ ਹੈ। ਅਚਰਜ ਕਾਹੋ, ਜੋ ਕੁਝ ਵੀ ਹੋ ਰਿਹਾ, ਜਿਵੇਂ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਹੈਰਾਨ ਤਾਂ ਹੋਈਏ ਵੀ ਇਹ ਕਿਉਂ ਹੋ ਗਿਆ, ਕਿਵੇਂ ਹੋ ਗਿਆ। ਭਾਈ ਉਹਦੀ ਤਾਂ ਖੇਡਾਂ ਆ, ਉਹਦੀਆਂ ਤਾਂ ਖੇਡਾਂ ਆ। ਕੁਦਰਤ ਦੁਆਰਾ ਕਰ ਕਰਕੇ ਦੱਸਦਾ ਸਾਨੂੰ। ਕੁਦਰਤ ਦੀ ਕਿੱਡੀ ਸ਼ਕਤੀ ਹੈ, ਕੁਦਰਤ ਦੇ ਕੌਤਕ ਦੁਆਰਾ ਸਾਨੂੰ ਪਤਾ ਲੱਗਦਾ ਹੈ। ਲੱਖਾਂ ਮਣ ਪਾਣੀ ਪਹਾੜਾਂ ਦੀਆਂ ਚੋਟੀਆਂ 'ਤੇ ਬਰਫ਼ ਦੇ ਰੂਪ ਦੇ ਵਿੱਚ ਇਹਨੂੰ ਸਟੋਰ ਕਰ ਦਿੱਤਾ।
ਜਿੰਨਾ ਸਮੁੰਦਰਾਂ ਦਾ ਪਾਣੀ, ਬਲਕਿ ਇਹ ਬਰਫ਼ ਜਿਹੜੀ ਹੈ ਪਿਘਲ ਪਿਘਲ ਕੇ ਆਉਂਦੀ, ਇਹ ਸਮੁੰਦਰਾਂ ਨੂੰ ਭੰਨ ਡਈ ਉਹ। ਅਸੀਂ ਕਹਿੰਦੇ ਸਮੁੰਦਰ ਦਾ ਪਾਣੀ ਅਥਾਹ, ਪਰ ਜਿਹੜੀਆਂ ਬਰਫੀਲੀ ਚੋਟੀਆਂ ਨੇ ਉੱਥੇ ਪਾਣੀ ਸਮੁੰਦਰ ਤੋਂ ਵੀ ਜ਼ਿਆਦਾ ਅਥਾਹ ਹੈ। ਸਮੁੰਦਰ ਦੀ ਡੰਗਿਆਈ ਨਹੀਂ ਨਾਪੀ ਜਾ ਸਕਦੀ। ਇਹਦੀ ਤਾਂ ਉਚਾਈ ਪਤਾ ਹੀ ਲੱਗ ਜਾਂਦਾ ਪਹਾੜਾਂ ਦੀ, ਪਰ ਉਹਦਾ ਪਾਣੀ ਨਹੀਂ ਨਾਪਿਆ ਜਾਂਦਾ। ਕਿੰਨਾ ਕੁ ਪਾਣੀ, ਅਚਰਜ ਹੈ, ਅਚਰਜ ਹੈ। ਬੰਦੇ ਦਾ ਸਰੀਰ ਇੱਕ ਅਚਰਜ ਹੈ। ਹੈਰਾਨ ਕਰਨੇ ਵਾਲਾ ਸਿਸਟਮ ਰੱਬ ਨੇ ਵਿੱਚ ਫਿੱਟ ਕੀਤਾ ਹੋਇਆ ਜੋ ਬੰਦੇ ਦਾ ਸਰੀਰ ਹੈ। ਫਿਰ ਕਹਿੰਦੇ ਨੇ ਵੀ ਜਿਹੜਾ ਪ੍ਰੇਮਾ ਭਗਤੀ ਕਰਦਾ ਨਾ, ਉਹਦੇ ਲੇਖੇ ਖਤਮ ਹੋਣੇ ਹੀ ਹੋਣੇ ਆ, ਉਹ ਨਹੀਂ ਜਾਂਦਾ ਨਰਕਾਂ ਨੂੰ। ਅਤੇ ਦੂਜਾ ਹੈਰਾਨ ਹੁੰਦਾ ਵੀ ਇਹ ਕਿਵੇਂ ਬਚ ਗਿਆ, ਇਹ ਕਿਵੇਂ ਕਬੀਰ ਬਣ ਗਿਆ, ਕਬੀਰ ਰੱਬ ਬਣ ਗਿਆ। ਹੋਰ ਵੀ ਬੜੇ ਸੰਤ ਸੀ ਉਸ ਵੇਲੇ, ਹੈਰਾਨ ਹੁੰਦੇ ਸੀ ਵੀ ਕਬੀਰ ਰੱਬ ਕਿੱਦਾਂ ਬਣ ਗਿਆ। ਫਿਰ ਜਿਹੜੇ ਜਾਣਦੇ ਸੀ ਕਹਿੰਦੇ ਕਿਹੜੀ ਅਚਰਜ ਵਾਲੀ ਗੱਲ ਹੈ, ਉਹਦੇ ਵਿੱਚ ਪ੍ਰੇਮਾ ਭਗਤੀ ਸੀ, ਉਹਦੇ ਵਿੱਚ ਪ੍ਰੇਮਾ ਭਗਤੀ ਸੀ। ਜੋ ਜਨ ਭਾਉ ਭਗਤ ਕਿਛ ਜਾਣੈ ਤਾ ਕੋ ਅਚਰਜ ਕਾਹੂ। ਸੋ ਇਹ ਕੋਈ ਅਚਰਜ ਵਾਲੀ ਬਾਤ ਨਹੀਂ ਹੈ ਵੀ ਪ੍ਰੇਮਾ ਭਗਤੀ ਵਾਲੇ ਦਾ ਲੇਖਾ ਹੀ ਨਹੀਂ ਹੋਇਆ। ਲੈ ਕਹਿੰਦੇ ਪੁੱਛਿਆ ਵੀ ਨਹੀਂ ਕਹਿਣਾ। ਹੈਰਾਨ ਹੁੰਦੇ ਨਾ ਬੰਦੇ, ਕਹਿਣਾ ਲੈ ਸਾਨੂੰ ਪੁੱਛੀ ਜਾਂਦੇ ਹੈ, ਇਹਨੂੰ ਪੁੱਛਿਆ ਹੀ ਨਹੀਂ। ਨਹੀਂ, ਅਚਰਜ ਵਾਲੀ ਬਾਤ ਨਹੀਂ ਹੈ, ਉਹਦੇ ਵਿੱਚ ਪ੍ਰੇਮਾ ਭਗਤੀ ਸੀ। ਇੱਕ ਮਿਕਤਾ ਤਾਂ ਇੱਥੇ ਹੋ ਜਾਂਦੀ ਹੈ ਪ੍ਰੇਮਾ ਭਗਤੀ ਵਾਲਿਆਂ ਦੀ, ਇੱਕ ਮਿਕਤਾ, ਲੇਖਾ ਖਤਮ ਹੋ ਜਾਂਦਾ ਹੈ। ਸੋ ਜਿਹੜਾ ਕੁਦਰਤ ਦੁਆਰਾ ਰੱਬ ਨੂੰ ਵੇਖਦਾ ਅਤੇ ਜੋ ਹੋ ਰਿਹਾ ਉਹਨੂੰ ਅਚਰਜ ਨਹੀਂ ਮੰਨਦਾ, ਕਹਿੰਦੇ ਹੋਣਾ ਹੀ ਸੀ। ਇਹ ਕਿਹੜੀ ਅਚਰਜ ਗਾਲੀ, ਇਹ ਤਾਂ ਹੋਣਾ ਹੀ ਸੀਗਾ, ਉਹ ਕਰਦਾ ਹੀ ਹੈ। ਉਹ ਰੱਬ ਦੇ ਵਿੱਚ ਭੇਦ ਹੋ ਗਿਆ, ਹੁਕਮ ਨੂੰ ਮੰਨ ਲਿਆ ਨਾ, ਉਹਨੇ ਹੁਕਮ ਨੂੰ ਮੰਨ ਲਿਆ। ਅਚਰਜ ਵਿੱਚ ਉਹ ਹੈਰਾਨੀ ਵਿੱਚ ਨਹੀਂ ਜਾਂਦਾ, ਨਹੀਂ ਹੈਰਾਨੀ 'ਚ ਜਾਊਗਾ। ਉਂਝ ਉਹਦੇ ਵਿੱਚ ਮਸਤ ਹੁੰਦਾ, ਉਹਦੇ ਵਿੱਚ ਮਸਤ ਹੋ ਜਾਂਦਾ ਉਹਦੇ ਹੁਕਮ ਦੇ ਵਿੱਚ। ਜੇ ਕਿ ਕੁਦਰਤ ਹੈ, ਰੱਬ ਹੈ, ਪਰ ਉਹ ਸਭ ਕੁਝ ਕਰ ਸਕਦਾ ਹੈ, ਉਹਦੇ ਹੁਕਮ ਤੋਂ ਬਿਨਾਂ ਹੁੰਦਾ ਹੀ ਕੁਝ ਨਹੀਂ ਹੈ। ਬਸ ਇਸ ਵਿਚਾਰ ਦੇ ਵਿੱਚ ਹੀ ਪ੍ਰੇਮਾ ਭਗਤੀ ਦੇ ਉਛਾਲੇ ਪੈਂਦੇ ਨੇ, ਇਕਮਿਕਤਾ ਹੋ ਜਾਂਦੀ। ਕਹਿੰਦੇ ਅਚਰਜ ਵਾਲੀ ਬਾਤ ਨਹੀਂ, ਰੱਬ ਦਾ ਪਿਆਰਾ ਰੱਬ ਬਣ ਜਾਵੇ, ਕੋਈ ਅਚਰਜ ਵਾਲੀ ਬਾਤ ਨਹੀਂ ਹੈ। ਕਬੀਰਾ ਕਬੀਰ ਬਣ ਗਿਆ, ਕੋਈ ਅਚਰਜ ਵਾਲੀ ਬਾਤ ਨਹੀਂ ਹੈ। ਕਿਉਂ? ਉਹਦੇ 'ਚ ਪ੍ਰੇਮਾ ਭਗਤੀ ਸੀ। ਕਹਿੰਦੇ ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਟੁਰ ਮਿਲਿਓ ਜੁਲਾਹੋ। ਸੋ ਕਬੀਰ ਸਾਹਿਬ ਆਪਣੀ ਅਵਸਥਾ ਦਾ ਜ਼ਿਕਰ ਕਰਦੇ ਨੇ। ਕਹਿੰਦੇ ਵੀ ਜਿੱਦਾਂ ਪਾਣੀ ਵਿੱਚ ਪੈ ਕੇ ਨਿਕਲਦਾ ਨਹੀਂ ਹੈ, ਪਾਣੀ ਵਿੱਚ ਜਦੋਂ ਰਲ ਗਿਆ ਫਿਰ ਉਹ ਬੂੰਦਾਂ ਦਾ ਕਿੱਦਾਂ ਵੱਖਰਾਪਨ ਕਰ ਸਕਦੇ ਆ ਵੀ ਆਹ ਬੂੰਦ ਹੁਣੇ ਹੀ ਰਲੀ ਆ, ਨਿਕਲ ਸਕਦੀ ਹੈ? ਨਹੀਂ ਨਿਕਲ ਸਕਦੀ ਆ। ਜਦੋਂ ਬੂੰਦ ਪਾਣੀ ਵਿੱਚ ਚਲ ਗਈ, ਉਹ ਬੂੰਦ ਨਹੀਂ ਕੱਢ ਸਕਦੇ, ਪਹਿਚਾਣ ਹੀ ਨਹੀਂ ਕਰ ਸਕਦੇ। ਕਾਰਨ ਕਿ ਇਸਨੇ ਆਪਣਾ ਰੂਪ ਹੀ ਗਵਾ ਲਿਆ। ਭਗਤ ਜਿਹੜਾ ਹੁੰਦਾ ਉਹ ਆਪਣਾ ਨਾਮ ਗਵਾ ਲੈਂਦਾ ਹੈ, ਰੱਬ ਦੇ ਵਿੱਚ ਇਕਮਿਕਤਾ ਹੋ ਜਾਂਦੀ, ਨਹੀਂ ਨਿਕਲਦਾ। ਨਦੀ ਸਮੁੰਦਰ 'ਚ ਚਲ ਗਈ, ਉਹ ਨਦੀ ਦਾ ਨਾਂ ਖਤਮ ਹੋ ਗਿਆ, ਨਦੀ ਦਾ ਉਹਦੇ ਕਿਨਾਰੇ ਖਤਮ ਹੋ ਗਏ, ਉਸ ਦਾ ਨਾਂ ਖਤਮ ਹੋ ਗਿਆ, ਕਿਉਂਕਿ ਸਮੁੰਦਰ ਹੀ ਉਸ ਦਾ ਨਾਂ ਬਣ ਗਿਆ। ਹੁਣ ਉਹੀ ਪਾਣੀ ਬਾਹਰ ਕੱਢੋ, ਕਿੱਦਾਂ ਨਿਕਲੂਗਾ? ਨਹੀਂ ਨਿਕਲਦਾ। ਹੁਣ ਕਬੀਰ ਸਾਹਿਬ ਜੀ ਕਹਿੰਦੇ ਮੈਂ ਜਲਾਹਾ, ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਮੈਂ ਜਲਾਹਾ ਤਿਉਂ ਢੁਰ ਮਿਲਿਓ ਜਲਾਹੋ। ਹੁਣ ਆਪਣੇ ਆਪ ਨੂੰ ਢਾਲਿਆ, ਆਪਣੇ ਆਪ ਨੂੰ ਖਤਮ ਕਰਨਾ, ਆਪਣਾ ਨਾਮ ਖਤਮ ਕਰ ਲਿਆ, ਆਪਣੀਆਂ ਆਦਤਾਂ ਖਤਮ ਕਰ ਲਈਆਂ, ਸੁਭਾਅ ਖਤਮ ਕਰ ਲਿਆ, ਆਪਣੀ ਸੋਚ ਖਤਮ ਕਰ ਲਓ, ਆਪਣਾ ਸੁਭਾਅ ਖਤਮ ਹੋ ਜਾਂਦਾ। ਇਹਦੇ ਦਾ ਸੁਭਾਅ ਪੱਕਿਆ ਹੋਇਆ, ਸੋਚ ਖਤਮ ਕਰੋ, ਸੁਭਾਅ ਵੀ ਖਤਮ ਹੋ ਜਾਂਦਾ। ਜਿਹੜੇ ਪੱਕੇ ਹੋਏ ਸੁਭਾਅ ਵਾਲੇ ਨੇ ਇਹ ਵੀ ਮੁੜ ਜਾਂਦੇ ਨੇ। ਮਜਬੂਰੀਆਂ ਬੰਦੇ ਦਾ ਸੁਭਾਅ ਚੇਂਜ ਕਰ ਦਿੰਦੀਆਂ। ਪ੍ਰੇਮ ਵਿੱਚ ਤਾਂ ਹੋਣਾ ਹੀ ਹੋਣਾ, ਮਜਬੂਰੀ ਵੀ ਚੇਂਜ ਕਰਦੀ ਹੈ। ਕਹਿਣਾ ਮੇਰਾ ਤਾਂ ਸੁਭਾਅ ਆ, ਮੈਂ ਤਾਂ ਵੀ ਇੰਨੇ ਵਜੇ ਸੌਣਾ ਹੀ ਸੌਣਾ, ਅਤੇ ਜਦੋਂ ਮਜਬੂਰੀ ਪੈ ਜਾਵੇ ਫਿਰ ਕਹਿੰਦੇ ਹੋਰ ਕੰਮ ਹੈ ਨਹੀਂ। ਕਹਿਣਾ
ਫਿਰ 12 ਘੰਟੇ 16 ਘੰਟੇ ਜਿੰਨਾ ਕੰਮ ਮਿਲ ਜਾਵੇ ਕਰਦਾ ਆ। ਮਜਬੂਰੀ ਜਿਹੜੀ ਹੈ ਨਾ ਬੜਿਆਂ ਬੰਦਿਆਂ ਨੂੰ ਚੇਂਜ ਕਰ ਦਿੰਦੀ ਹੈ, ਸੁਭਾਅ ਚੇਂਜ ਕਰ ਦਿੰਦੀ ਹੈ। ਇਸ ਕਰਕੇ ਸੁਭਾਅ ਨਹੀਂ ਚੇਂਜ ਹੋ ਸਕਦਾ, ਹੁੰਦਾ ਸੁਭਾਅ ਵੀ ਚੇਂਜ ਹੁੰਦੇ ਨੇ ਭਾਈ। ਅਤੇ ਪ੍ਰੇਮ ਵੀ ਸੁਭਾਅ ਚੇਂਜ ਕਰ ਦਿੰਦਾ। ਜਿੱਥੇ ਪ੍ਰੇਮ ਹੁੰਦਾ ਨਾ ਸੁਭਾਅ ਚੇਂਜ ਹੋ ਜਾਂਦਾ। ਜਿਹੜਾ ਪ੍ਰੇਮ ਕਰਦਾ ਉਸ ਦਾ ਵੀ ਸੁਭਾਅ ਚੇਂਜ ਹੋ ਜਾਂਦਾ। ਜਿਸ ਦੇ ਨਾਲ ਪ੍ਰੇਮ ਹੈ ਉਹ ਵੀ ਮਜਬੂਰ ਹੋ ਜਾਂਦਾ ਹੈ। ਪ੍ਰੇਮ ਦੇਖ ਕੇ ਮਜਬੂਰ ਹੀ ਹੋਣਾ। ਰੱਬ ਠੀਕ ਹੈ, ਉਹਦਾ ਇੱਕ ਬਿਰਧ ਹੈ, ਉਹਦਾ ਇੱਕ ਬਿਰਧ ਹੈ, ਉਹਨੂੰ ਨਿਆਂ ਕਰਨਾ। ਜਿੱਦਾਂ ਜਿੱਦਾਂ ਕਿਸੇ ਦੇ ਕਰਮ ਹੁੰਦੇ ਨੇ ਇਹਨੂੰ ਉੱਦਾਂ ਦਾ ਲੇਖਾ ਕਰਨਾ ਹੁੰਦਾ ਹੈ। ਪਰ ਇਹ ਵੀ ਉਹਦਾ ਬਿਰਧ ਹੈ। ਜਿੱਥੇ ਪ੍ਰੇਮ ਆ ਗਿਆ ਉੱਥੇ ਕੋਈ ਲੇਖਾ ਨਹੀਂ। ਜਦੋਂ ਮਹਾਰਾਜ ਹੁਣ ਕਹਿੰਦੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਰੱਬ ਬਾਣੀ ਤਾਂ ਇਹ ਕਹਿੰਦੇ ਜਦੋਂ ਸੇਵਕ ਅਰਦਾਸ ਕਰਦਾ ਰੱਬ ਦਾ ਸਿੰਘਾਸਨ ਤੋਂ ਉੱਠ ਕੇ ਦੌੜਦਾ ਆ ਵੀ ਜਾ ਕੇ ਉਹਦਾ ਕੰਮ ਕਰਾਂ। ਉਹ ਮਜਬੂਰੀ 'ਚ ਫਸਿਆ ਹੋਇਆ ਕਹਿਣਾ। ਸੋ ਉਹਦੇ ਕੋਲ ਬਾਕੀ ਹੈ ਨਹੀਂ, ਸਾਰੇ ਦੇਵੀਆਂ ਦੇਵਤੇ ਨੇ, ਹੋਰ ਬੈਠਾ ਸਾਰੇ ਆਰਡਰ ਕਰ ਸਕਦਾ। ਉਹ ਵੀ ਆਪਣਾ ਸੁਭਾਅ ਚੇਂਜ ਕਰ ਲੈਂਦਾ। ਪ੍ਰੇਮ ਵਾਲੇ ਦਾ ਵੀ ਸੁਭਾਅ ਚੇਂਜ ਹੋ ਜਾਂਦਾ। ਜਿਸ ਦੇ ਨਾਲ ਪ੍ਰੇਮ ਹੁੰਦਾ, ਪ੍ਰੇਮ ਕੀਤਾ ਜਾਂਦਾ, ਉਸ ਦਾ ਵੀ ਸੁਭਾਅ ਚੇਂਜ ਹੁੰਦਾ। ਕਠੋਰ ਤੋਂ ਕਠੋਰ ਜਿਹੜਾ ਮਨੁੱਖ ਹੈ ਉਹਦੇ ਨਾਲ ਪ੍ਰੇਮ ਕਰਕੇ ਦੇਖ ਲਓ, ਉਹਦੇ ਅੰਦਰ ਵਿੱਚ ਵੀ ਹਿਰਦਾ ਮੋਮ ਵਰਗਾ ਹੋ ਜਾਂਦਾ। ਸ਼ੇਰ ਉਹਦਾ ਸੁਭਾਅ ਕੀ ਹੈ, ਉਹਨੇ ਮਾਰਨਾ ਹੀ ਮਾਰਨਾ। ਪਰ ਪ੍ਰੇਮ ਦੇ ਨਾਲ ਤਾਂ ਸ਼ੇਰਾਂ ਦੇ ਸੁਭਾਅ ਵੀ ਚੇਂਜ ਹੁੰਦੇ ਨੇ। ਸ਼ੇਰ ਮਜਬੂਰੀ ਵਿੱਚ ਵੀ ਸੁਭਾਅ ਚੇਂਜ ਕਰਦਾ। ਸਰਕਸ ਵਾਲੇ ਸ਼ੇਰ ਦੇਖ ਲਓ, ਉਹਨੂੰ ਫਿਰ ਹੈਂਟਰ ਦੇ ਨਾਲ ਉਹਦਾ ਸੁਭਾਅ ਚੇਂਜ ਕਰਦੇ ਨੇ, ਮਜਬੂਰੀ ਵਿੱਚ ਉਹਨੂੰ ਚੇਂਜ ਕਰਦੇ ਨੇ। ਅਤੇ ਇੱਕ ਪਾਸੇ ਪ੍ਰੇਮ ਵਾਲੇ ਵੀ ਉਹਦੇ ਸੁਭਾਅ ਨੂੰ ਚੇਂਜ ਕਰਦੇ ਨੇ। ਜਿੰਨੇ ਸਰਕਸ ਜੇ ਜਾਨਵਰ ਨੇ ਇਹ ਮਜਬੂਰੀ ਵਿੱਚ ਆਪਣਾ ਸੁਭਾਅ ਚੇਂਜ ਕਰਦੇ ਨੇ। ਸੋ ਜਿਹੜੇ ਉਂਝ ਪਾਲਤੂ ਬਣ ਗਏ ਸਰਕਸ ਨਹੀਂ, ਉਹਨੇ ਪ੍ਰੇਮ ਦੇ ਨਾਲ ਚੇਂਜ ਕੀਤਾ, ਪ੍ਰੇਮ ਦੇ ਨਾਲ ਚੇਂਜ ਕਰ ਦਿੱਤਾ। ਕਹਿੰਦੇ ਕਬੀਰ ਸਾਹਿਬ ਜੀ ਪ੍ਰੇਮ ਦੇ ਨਾਲ ਚੇਂਜ ਹੋਏ। ਪ੍ਰੇਮ ਦੇ ਨਾਲ ਪ੍ਰੇਮ ਦਾ ਛਾਲਾ ਵੱਜਿਆ ਅਤੇ ਉਹ ਕਬੀਰਾ ਹੀ ਖਤਮ ਹੋ ਗਿਆ। ਕਬੀਰਾ ਰਿਹਾ ਹੀ ਨਹੀਂ, ਕਬੀਰਾ ਕਬੀਰ ਬਣ ਗਿਆ। ਕਬੀਰਾ ਕਬੀਰ ਬਣ ਗਿਆ। ਤਿਉਂ ਢੁਰ ਮਿਲਿਓ ਜਲਾਹੋ। ਉਹਨੇ ਮੇਰੀ ਜਾਤ ਥੋੜ੍ਹੀ ਵੇਖੀ, ਮੇਰੀ ਪੜ੍ਹਾਈ ਥੋੜ੍ਹੀ ਵੇਖੀ। ਉਹਨੇ ਇਹ ਥੋੜ੍ਹੀ ਵੇਖਿਆ ਵੀ ਇਹ ਤਾਂ ਕਾਂਸੀ ਤੋਂ ਉੱਠ ਕੇ ਮਗਹਰ ਆ ਗਿਆ, ਇਹਨੇ ਮਗਹਰ 'ਚ ਮਰਿਆ ਨਹੀਂ ਵੀ ਹੁਣ ਇਹਨੂੰ ਮੁਕਤ ਨਹੀਂ ਕਰਨਾ। ਮੁਕਤ ਦਾ ਕੀ, ਆਪਣੇ ਵਰਗੇ ਬਣਾ ਲਿਆ ਉਹਨੂੰ। ਹਰ ਕੇ ਲੁਗਾ ਮੈਂ ਤੂੰ ਮਤ ਕਾ ਪੂਰਾ। ਹਰ ਕੇ ਲੋਗਾ ਰੱਬ ਦੇ ਪਿਆਰਿਆਂ ਨੂੰ ਕਹਿ ਦਿੱਤਾ। ਨਾਮ ਜਪਣੇ ਵਾਲੇ, ਸਤ ਸੰਗੀ ਜਨ, ਬਾਣੀ ਪੜ੍ਹਨੇ ਵਾਲੇ, ਜਿਹੜੇ ਹਰੀ ਨੂੰ ਮੰਨਣੇ ਵਾਲੇ ਹਰ ਕੇ ਲੋਕ ਹੋ ਗਏ। ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਰੱਬ ਦੇ ਲੋਕ ਨਹੀਂ ਹੈਗੇ। ਤਾਂ ਰੱਬ ਦੇ ਹੀ ਸਾਰੇ ਲੋਕ ਨੇ, ਪਰ ਉਹ ਮੰਨਦੇ ਨਹੀਂ ਨਾ ਆਪਣੇ ਆਪ ਨੂੰ। ਜਿਹਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ ਉਹਦੇ ਵਾਸਤੇ ਦੂਜਾ ਰਾਸਤਾ। ਰੱਬ ਨੂੰ ਜਿਹਨੇ ਮੰਨ ਲਿਆ ਉਹਦੇ ਵਾਸਤੇ ਦੂਜਾ ਰਾਸਤਾ। ਜਿਹਨੇ ਨਹੀਂ ਮੰਨਿਆ ਫਿਰ ਚੱਲ ਧਰਮ ਰਾਜੇ ਵਾਲਾ ਜਿਹੜਾ ਰਾਸਤਾ। ਜਮਦੂਤ ਆਉਂਦੇ ਨੇ, ਰੱਬ ਨੂੰ ਤਾਂ ਮੰਨਦਾ ਹੀ ਨਹੀਂ, ਜਮਦੂਤੇ ਨੂੰ ਵੇਖਣਾ, ਧਰਮ ਰਾਜੇ ਨੂੰ ਵੇਖਣਾ, ਲੇਖੇ ਹੀ ਹੋਣੇ ਨੇ। ਜਿਹਨੇ ਰੱਬ ਨੂੰ ਮੰਨ ਲਿਆ ਉਹ ਤਾਂ ਪ੍ਰਤਾਪ ਰੱਬ ਦਾ ਚੱਲ ਗਿਆ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾ ਹੈ। ਉੱਥੇ ਜਮਦੂਤਾਂ ਨੇ ਛੱਡ ਕੇ ਜਾਣਾ, ਕਿਉਂਕਿ ਰੱਬ ਨੂੰ ਮੰਨਦਾ, ਰੱਬ ਦੀ ਹੋਂਦ ਨੂੰ ਮੰਨਦਾ। ਮੈਂ ਤਾਂ ਮੱਤ ਦਾ ਭੋਲਾ ਜਿਹਾ ਹਾਂ। ਹਰ ਕੇ ਲੋਗਾ ਰੱਬ ਦੇ ਪਿਆਰਿਓ ਸੁਣੋ, ਮੇਰੀ ਕੋਈ ਇੰਨੀ ਵਿਦਵਤਾ ਨਹੀਂ ਹੈ। ਕਹਿਣਾ ਪਿਆ ਕਿਉਂਕਿ ਕਾਂਸ਼ੀ ਦੇ ਵਿੱਚ ਬੜੇ ਬੜੇ ਵਿਦਵਾਨ ਸੀ। ਕਿਹਾ ਹੀ ਹੋਣਾ ਕਬੀਰ ਨੂੰ, ਤੇਰੀ ਮੱਤ ਨਹੀਂ ਕੰਮ ਕੀਤੀ। ਤੂੰ ਜੋ ਕਾਂਸ਼ੀ ਵਿਦਵਾਨਾਂ ਦੀ ਨਗਰੀ, ਸ਼ਿਵ ਜੀ ਦੀ ਨਗਰੀ ਛੱਡ ਕੇ ਤੂੰ ਮਗਹਰ ਦੀ ਧਰਤੀ 'ਤੇ ਆ ਵਸਿਆ। ਤੇਰਾ ਦਿਮਾਗ ਨਹੀਂ ਕੰਮ ਕੀਤਾ, ਤੇਰੀ ਮੱਤ ਨਹੀਂ ਕੰਮ ਕੀਤੀ। ਕਹਿੰਦਾ ਹਾਂ ਮੱਤ ਹੀ ਮੇਰੀ ਥੋੜ੍ਹੀ ਹੈ, ਥੋੜ੍ਹੀ ਮੱਤ ਨੇ ਜਿੰਨਾ ਕੁ ਕੰਮ ਕੀਤਾ ਮੈਂ ਉਹ ਕਰ ਲਿਆ। ਕਹਿੰਦਾ ਮੈਂ ਤੋਂ ਮੱਤ ਕਾ ਭੂਰਾ। ਖੈਰ ਉਹਨੂੰ ਭੋਲੇ ਹੀ ਚੰਗੇ ਲੱਗਦੇ ਨੇ। ਭੋਲੇ ਪਾਏ ਮਿਲੇ ਰਘੁਰਾਇਆ। ਹੁਣ ਬੱਚੇ ਦੀ ਮੱਤ ਥੋੜ੍ਹੀ ਹੁੰਦੀ ਹੈ, ਬੱਚੇ ਦੀ ਮੱਤ ਥੋੜ੍ਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਧੰਨੇ ਸੇਵਿਆ ਬਾਲ ਬੁੱਧ, ਬਾਰਿਕ ਵਾਂਗੀ ਹੁਣ ਸਭ ਕੁਛ ਮੰਗਾ। ਜੇ ਮੰਗਣਾ ਹੀ ਆ ਤਾਂ ਬੱਚੇ ਵਾਂਗੂ ਮੰਗ। ਉਹ ਥੋੜ੍ਹੀ ਮੱਤ ਦਾ ਮਾਲਕ ਆ, ਪਰ ਉਹ ਥੋੜ੍ਹੀ ਮੱਤ ਵਾਲਾ ਪ੍ਰਵਾਨ। ਕਾਰਨ ਕੀ, ਉਹਦੇ ਵਿੱਚ ਕੋਈ ਵਾਲ ਛਾਲ ਨਹੀਂ, ਕੋਈ ਠੱਗੀ ਨਹੀਂ, ਕੋਈ ਧੋਖਾ ਨਹੀਂ, ਕੋਈ ਫਰੇਬ ਨਹੀਂ ਬੱਚੇ ਦੀ ਮੱਤ ਦੇ ਵਿੱਚ।
ਮਤ ਕਾ ਭੂਰਾ। ਸੋ ਮੈਂ ਤਾਂ ਬੱਚਿਆਂ ਵਾਲੀ ਮੱਤ ਵਾਲਾ ਹਾਂ, ਜਿੱਦਾਂ ਮੇਰੀ ਮੱਤ ਨੂੰ ਚੰਗਾ ਲੱਗਾ ਮੈਂ ਕਰ ਲਿਆ। ਜੋ ਤਨ ਕਾਸੀ ਤਜ ਹੈ ਕਬੀਰਾ, ਰਮਈਐ ਕਹਾਂ ਨਿਹੋਰਾ। ਸੋ ਜਿਹੜਾ ਹੁਣ ਇੱਥੇ ਕਹਿੰਦੇ ਜੋ ਤਨ ਕਾਸੀ ਤਜ ਹੈ ਕਬੀਰਾ, ਕਬੀਰਾ ਕਬੀਰ ਸਾਹਿਬ ਜੀ ਕਹਿ ਰਹੇ ਨੇ ਇਹ ਗੱਲ ਕਿ ਜਿਹੜਾ ਕਾਸ਼ੀ ਦੇ ਵਿੱਚ ਆਪਣਾ ਸਰੀਰ ਤਿਆਗਦਾ ਉਹ ਸ਼ਿਵਪੁਰੀ ਚਲੇ ਗਿਆ। ਤੇ ਰਮਈਏ ਕਹਾ ਨਿਹੋਰਾ, ਫਿਰ ਬੰਦਗੀ ਕਰਨ ਦਾ ਕੀ ਫਾਇਦਾ ਹੋਇਆ? ਰਾਮ ਦਾ ਕਾਹਦਾ ਆਸਾਨ, ਪਰਮਾਤਮਾ ਦਾ ਕਾਹਦਾ ਆਸਾਨ, ਕਿਉਂਕਿ ਉਹ ਤਾਂ ਧਰਤੀ ਨੇ ਉਹਨੂੰ ਉਤਾਰ ਦਿੱਤਾ। ਕਹਿੰਦੇ ਇੱਦਾਂ ਨਹੀਂ ਹੁੰਦੀ, ਕਹਿੰਦੇ ਬੰਦਗੀ ਤੋਂ ਬਿਨਾਂ ਕੋਈ ਨਹੀਂ ਤਰਿਆ। ਜਿੰਨਾ ਚਿਕਰ ਭਗਤੀ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਉਹਨਾਂ ਚਿਕਰ ਸੰਸਾਰ ਤੋਂ ਛੁਟਕਾਰਾ ਨਹੀਂ। ਧਰਤੀ ਨਹੀਂ ਤਾਰ ਸਕਦੀ, ਧਰਤੀ ਨਹੀਂ ਤਾਰ ਸਕਦੀ। ਰਮਈਏ ਕਹਾ ਨਿਹੋਰਾ, ਫਿਰ ਇਹਦਾ ਮਤਲਬ ਪਰਮਾਤਮਾ ਦਾ ਤਾਂ ਕੋਈ ਸਾਨ ਨਹੀਂ, ਉਹਦਾ ਤਾਂ ਕੋਈ ਉਪਕਾਰ ਨਹੀਂ ਹੋਇਆ। ਫਿਰ ਤੇਰਾ ਕੀ, ਤੇਰੀ ਬੰਦਗੀ ਦਾ ਕੀ ਫਾਇਦਾ? ਫਿਰ ਤਾਂ ਤੁਹਾਨੂੰ ਪੂਜਾ ਪਾਠ ਛੱਡ ਦਿਓ। ਕਾਂਸ਼ੀ ਵਾਲਿਆਂ ਨੂੰ ਕਹਿੰਦਾ ਕਬੀਰ, ਜੋ ਤੁਸੀਂ ਕਰਦੇ ਨਾ ਪੂਜਾ ਪਾਠ ਧਰਮ ਕੰਮ ਛੱਡ ਦਿਓ। ਤੁਸੀਂ ਤਾਂ ਕਾਂਸ਼ੀ ਵਿੱਚ ਰਹਿੰਦੇ ਹੋ, ਕਾਂਸ਼ੀ ਦੀ ਧਰਤੀ ਤਾਂ ਸੋ ਵਰ ਪ੍ਰਾਪਤ ਹੈ। ਤੁਸੀਂ ਵਰ ਪ੍ਰਾਪਤ ਹੋ, ਛੱਡ ਦਿਓ ਪੂਜਾ ਪਾਠ। ਪੂਜਾ ਪਾਠ ਤੁਸੀਂ ਛੱਡਦੇ ਨਹੀਂ, ਇਹਦਾ ਮਤਲਬ ਤੁਸੀਂ ਆਪਣੇ ਲਈ ਨਹੀਂ ਕਰਦੇ। ਇਹਦਾ ਮਤਲਬ ਪੂਜਾ ਪਾਠ ਹੀ ਤੁਹਾਡਾ ਧੰਦਾ ਹੈ, ਇਹ ਤੁਸੀਂ ਮੁਕਤੀ ਵਾਸਤੇ ਨਹੀਂ ਕਰਦੇ। ਜੇ ਮੁਕਤੀ ਦੀ ਗੱਲ ਲੈਂਦੇ ਫਿਰ ਤਾਂ ਧਰਤੀ ਵਰ ਪ੍ਰਾਪਤ ਹੈ, ਇਹਨੂੰ ਛੱਡ ਦਿਓ। ਇੱਥੇ ਤਾਂ ਉਂਝ ਮਰਿਆ ਮੁਕਤੀ ਮਿਲ ਜਾਂਦੀ ਹੈ। ਰਮਈਏ ਕਹਾ ਨਿਹੋਰਾ, ਫਿਰ ਉਹਦਾ ਕਾਹਦਾ ਸਾਨ ਹੈ? ਕਹਿੰਦੇ ਕਿਉਂ ਪੂਜਾ ਪਾਠ ਕਰਦੇ ਰਹਾਓ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨਾ ਭੂਲੋ ਕੋਈ। ਕਹਿੰਦੇ ਭਰਮ ਨਾ ਪਾਲਿਆ ਕਰੋ। ਲੋਈ ਹੇ ਲੋਕੋ, ਲੋਈ ਹੇ ਲੋਗੋ ਸੁਣੋ ਗੱਲ, ਭਰਮ ਨਾ ਪਾਲੋ ਵੀ ਆਹ ਧਰਤੀ ਚੰਗੀ ਹੈ, ਆਹ ਧਰਤੀ ਮਾੜੀ ਹੈ। ਇਹ ਤਾਂ ਜਿਵੇਂ ਇਹ ਕਰਮ ਕਮਾਵਤੇ ਤੇਵੇਂ ਇਹ ਫਲਤੇ। ਜਿੱਦਾਂ ਦਾ ਕਰਮ ਕਮਾਉਣਾ ਉਸ ਕਰਮ ਨੇ ਫਲਣਾ ਹੀ ਫਲਣਾ। ਕਰਮ ਇੱਕ ਬੀਜ ਹੈ, ਕਰਮ ਬੀਜ ਹੈ। ਸਰੀਰ ਖੇਤ ਹੈ, ਜਿੱਦਾਂ ਦਾ ਕਰਮ ਕਰ ਦਿੱਤਾ ਬੀਜ ਨੇ ਉੱਗਣਾ ਉੱਗਣਾ। ਇਹ ਭਰਮ ਨਾ ਪਾਲੋ ਵੀ ਹਾਂ ਕਾਂਸ਼ੀ 'ਚ ਰਹਿ ਰਹੇ ਹਾਂ ਅਤੇ ਬੰਦਗੀ ਕਰਨ ਦੀ ਹੁਣ ਲੋੜ ਨਹੀਂ। ਗੁਰੂ ਕੀ ਨਗਰੀ, ਜਿੱਥੇ ਜਿੱਥੇ ਸਤਿਗੁਰੂ ਜੇ ਗੁਰੂ ਕੀ ਨਗਰੀ ਹੋ ਗਈ। ਅਨੰਦਪੁਰ ਸਾਹਿਬ ਗੁਰੂ ਕੀ ਨਗਰੀ, ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ, ਦਮਦਮਾ ਸਾਹਿਬ ਗੁਰੂ ਕੀ ਨਗਰੀ, ਹਜ਼ੂਰ ਸਾਹਿਬ ਗੁਰੂ ਕੀ ਨਗਰੀ। ਸਾਡੇ ਮਨ ਸ਼ਰਧਾ ਹੈ, ਇੱਥੇ ਗੁਰੂ ਸਾਹਿਬਾਨ ਨੇ ਕੌਤਕ ਕੀਤੇ ਨੇ, ਗੁਰੂ ਕੀ ਨਗਰੀ ਹੋ ਗਈ। ਹੁਣ ਇਹ ਥੋੜ੍ਹੀ ਵੀ ਗੁਰੂ ਕੀ ਨਗਰੀ ਜਿੰਨੇ ਮਰਜ਼ੀ ਪਾਪ ਕਰੀ ਜਾਈਏ ਸਾਡਾ ਪਾਰ ਉਤਾਰਾ ਹੋ ਜਾਊਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਕਰਮ ਦੇਖੇ ਜਾਣੇ ਆ, ਇਹ ਨਹੀਂ ਵੇਖਿਆ ਜਾਣਾ ਵੀ ਹਾਂ ਵੀ ਇਹ ਕਿਸ ਧਰਤੀ 'ਤੇ ਰਹਿੰਦਾ ਸੀ, ਇਹ ਨਹੀਂ ਵੇਖਿਆ ਜਾਣਾ। ਉੱਥੇ ਤਾਂ ਇਹ ਵੀ ਨਹੀਂ ਵੇਖਿਆ ਜਾਣਾ ਵੀ ਭਾਈ ਗੁਰੂ ਨਾਨਕ ਦਾ ਸਿੱਖ ਆ ਗਿਆ। ਕਰਮ ਉੱਥੇ ਵੀ ਵੇਖੇ ਜਾਣੇ। ਨਹੀਂ ਤਾਂ ਮਹਾਰਾਜ ਨੇ ਕਹਿ ਰਹਿਣਾ ਸੀ ਉਸ ਵੇਲੇ ਜਦੋਂ ਪੁੱਛਿਆ ਗਿਆ ਸੀ, ਮੁਸਲਮਾਨਾਂ ਨੇ ਪੁੱਛਿਆ ਸੀ ਵੀ ਦਰਗਾਹ ਦੇ ਵਿੱਚ ਮਾਣ ਕਿਹਨੂੰ ਮਿਲਦਾ, ਵੱਡਾ ਹਿੰਦੂ ਕਿ ਮੁਸਲਮਾਨੋਈ। ਦਰਗਾਹ ਦੇ ਵਿੱਚ ਮਾਣ ਕਿਸ ਨੂੰ ਮਿਲਦਾ? ਵੱਡੇ ਦਾ ਅਰਥ ਮਾਣ ਹੁੰਦਾ ਨਾ। ਸੋ ਮਾਣ ਵੱਡੇ ਰਹਿਣਾ ਗਿੱਝ ਗਏ ਸੀ ਨਾ, ਇਹੋ ਮੁਸਲਮਾਨਾਂ ਦਾ ਰਾਜ ਸੀਗਾ, ਵੱਡੇ ਰਹਿਣਾ ਗਿੱਝੇ ਹੋਏ ਸੀ, ਮਾਣ ਲੈਣਾ ਆਪਣਾ ਹੱਕ ਸਮਝਦੇ ਸੀ। ਇਸ ਕਰਕੇ ਚਾਹੁੰਦੇ ਵੀ ਮਰਨ ਤੋਂ ਬਾਅਦ ਵੀ ਮਾਣ ਹੀ ਪ੍ਰਾਪਤ ਹੋਵੇ। ਅਸੀਂ ਕਿਤੇ ਉੱਥੇ ਨੀਚ ਨਾ ਬਣ ਜਾਈਏ, ਛੋਟੇ ਨਾ ਸਾਬਤ ਹੋ ਜਾਈਏ। ਦਰਗਾਹ 'ਚ ਵੱਡਾ ਕੌਣ ਕਿਉਂ ਪੁੱਛਿਆ? ਗੁਰੂ ਨਾਨਕ ਪਾਤਸ਼ਾਹ ਜੀ ਨੂੰ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਡੇ ਲੱਗੇ। ਗੁਰੂ ਨਾਨਕ ਦੇਵ ਜੀ ਵੱਡੇ ਦਿਸੇ, ਹਰ ਇੱਕ ਸਵਾਲ ਦਾ ਜਵਾਬ ਦਿੰਦੇ ਸੀ, ਗਿਆਨ ਦੇ ਨਾਲ ਦਿੰਦੇ ਸੀ, ਦਿਖਾ ਕੇ ਦਿੰਦੇ ਸੀ। ਇਹ ਥੋੜ੍ਹੀ ਵੀ ਉਹਨਾਂ ਨੂੰ ਕਿਸੇ ਕਿਸਮ ਦਾ ਮਨ 'ਚ ਕੋਈ ਸ਼ੰਕਾ ਰਹਿਣ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਜੇ ਉਹਨਾਂ ਦੇ ਮਨਾਂ ਦਾ ਸ਼ੰਕਾ ਹੁੰਦਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਨਾ ਪੁੱਛਦੇ, ਕੈਦ ਵਿੱਚ ਪਾਉਂਦੇ। ਕੈਦ ਵਿੱਚ ਪਾਉਂਦੇ। ਉਹਨੇ ਮੱਕਾ ਘੁੰਮਣ ਦੀ ਜਿਹੜੀ ਗੱਲ ਹੈ, ਕਹਿੰਦੇ ਮੱਕਾ ਨਹੀਂ ਜੀ, ਮੱਕਾ ਤਾਂ ਘੁੰਮਿਆ ਹੀ ਨਹੀਂ। ਸੋ ਭਾਈ ਜੇ ਇਹੋ ਜਿਹੇ ਕੌਤਕ ਨਾ ਹੁੰਦੇ ਉੱਥੇ ਤਾਂ ਕੌਣ ਪੁੱਛਦਾ ਸੀ ਗੁਰੂ ਨਾਨਕ ਦੇਵ ਜੀ ਨੇ? ਪੱਥਰ ਤੱਕ ਮਾਰੇ ਨਹੀਂ, ਪੱਥਰ ਵੱਜੇ, ਬਾਹਾਂ ਹੀ ਆਕੜੀਆਂ ਰਹਿ ਗਈਆਂ। ਜੇ ਬਾਹਾਂ ਨਾ ਉਹਨਾਂ ਦੀਆਂ ਖੜੀਆਂ ਰਹਿੰਦੀਆਂ ਤਾਂ ਪੱਥਰੇ ਨਹੀਂ ਸੀ ਮਾਰਨੇ, ਪੱਥਰ ਮਾਰ ਦੇਣੇ ਸੀ।
ਪੱਥਰ ਮਾਰੇ ਵੀ ਗਏ ਹੋਣਗੇ, ਪੱਥਰ ਵੱਜੇ ਵੀ ਹੋਣਗੇ, ਗੁਰੂ ਨਾਨਕ ਪਾਤਸ਼ਾਹ ਫੇਰ ਪੱਥਰਾਂ ਦੇ ਢੇਰ ਤੇ ਬੈਠੇ ਹੋਏ। ਇਹੋ ਜਿਹੇ ਕੌਤਕ ਹੋਏ ਹੈ, ਇਹ ਹੋਏ ਨੇ ਸਾਰੇ ਕੌਤਕ। ਗੁਰੂ ਨਾਨਕ ਨੂੰ ਵੱਡਾ ਕਰਕੇ ਜਾਣਿਆ ਉਹਨਾਂ ਨੇ। ਤਦਾ ਹੀ ਪੁੱਛਿਆ ਵੀ ਵੱਡਾ ਸੋ ਦਰਗਾਹ ਦੇ ਵਿੱਚ ਵੱਡਾ ਕੌਣ ਹੈ ਜੀ? ਤੁਸੀਂ ਵੱਡੇ ਹੋ, ਤੁਹਾਨੂੰ ਪਤਾ ਹੈ, ਕਿਰਪਾ ਕਰਕੇ ਦੱਸ ਦਿਓ। ਮਹਾਰਾਜ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਨੋਂ ਰਹੀ। ਕਹਿੰਦੇ ਦੋਨਾਂ ਨੂੰ ਰੋਣਾ ਹੀ ਪੈਣਾ। ਸੋ ਅੱਜ ਕਹਿੰਦੇ ਗੁਰੂ ਨਾਨਕ ਦੇ ਸਿੱਖ ਹਾਂ ਵੀ ਦਰਗਾਹ 'ਚ ਸਹਿਜ ਇਸੇ ਕਰਕੇ ਮਾਣ ਪ੍ਰਾਪਤ ਕਰਾਂਗੇ। ਕਰਮ ਦੇਖਣੇ ਨੇ। ਸੋ ਕਰਮ ਕਿਹੋ ਜਿਹੇ ਨੇ? ਠੱਪਾ ਨਹੀਂ ਵੇਖਣਾ ਵੀ ਠੱਪਾ ਲੱਗ ਗਿਆ ਗੁਰੂ ਕਾ ਸਿੱਖ ਹੈ, ਨਹੀਂ। ਨਾਲੇ ਗੁਰੂ ਕਾ ਸਿੱਖ ਇਹ ਤਾਂ ਅਸੀਂ ਆਪ ਠੱਪਾ ਲਾ ਲੈਂਦੇ। ਗੁਰੂ ਨੇ ਜਦੋਂ ਠੱਪਾ ਲਾਉਣਾ ਵੀ ਗੁਰੂ ਕਾ ਸਿੱਖ, ਜਿਸ ਨੇ ਗੁਰੂ ਦੀ ਸਿੱਖਿਆ ਨੂੰ ਲੈ ਲਿਆ ਉਹ 'ਤੇ ਠੱਪਾ ਲਾਉਣਾ, ਗੁਰੂ ਨੇ ਲਾਉਣਾ। ਇਹ ਮੋਹਰ ਕਿਹਨੂੰ ਦਿੱਤੀ? ਗੁਰੂ ਨੇ। ਕਿਸੇ ਨੂੰ ਵੀ ਨਹੀਂ ਦਿੱਤੀ, ਕਿਸੇ ਇਨਸਾਨ ਨੂੰ ਮੋਹਰ ਨਹੀਂ ਦਿੱਤੀ ਹੋਈ। ਕੋਈ ਠੱਪਾ ਲਾ ਦੇਵੇ ਮੈਂ ਗੁਰੂ ਕਾ ਸਿੱਖ। ਅਸੀਂ ਆਪਣੇ ਆਪ ਹੀ ਲਾਈ ਫਿਰਦੇ ਹਾਂ। ਅਸੀਂ ਤਾਂ ਆਪਣੇ ਆਪ ਹੀ ਠੱਪਾ ਲਾ ਲਿਆ, ਮੈਂ ਹੁਣ ਗੁਰੂ ਕਾ ਸਿੱਖ ਹਾਂ। ਇਹ ਤਾਂ ਫਿਰ ਗੁਰੂ ਸਾਹਿਬ ਜੀ ਦੇ ਕੋਲ ਗੁਰੂ ਦੀ ਮੋਹਰ ਹੋਵੇ, ਹੈ ਨਾ। ਗੁਰੂ ਦੀ ਮੋਹਰ ਤੇ ਆਪਣੇ ਕੋਲ ਹੀ ਰੱਖਣੀ। ਠੀਕ ਹੈ, ਮਾਣ ਦੇਤਾ ਮਹਾਰਾਜ ਨੇ ਕੇਸ, ਗੁਰੂ ਕੀ ਮੋਹਰ ਹੈ। ਵਡਿਆਇਆ ਆ ਸਾਨੂੰ, ਇਹ ਵਡਿਆਇਆ ਆ ਭਾਈ। ਸੋ ਸਾਨੂੰ ਵਡਿਆਇਆ ਵੀ ਕਦਰ ਕਰੋ ਕੇਸਾਂ ਦੀ। ਇਹਦਾ ਮਤਲਬ ਇਹ ਹੈ ਕੇਸਾਂ ਦੀ ਕਦਰ ਕਰੋ। ਜੇ ਲੱਗਣਾ ਗੁਰੂ ਕਾ ਸਿੱਖ, ਇਹ ਠੱਪਾ ਲੱਗਣਾ। ਇਹ ਠੱਪਾ ਇਹ ਮੋਹਰ ਗੁਰੂ ਕੋਲ ਹੀ ਹੈ, ਹੋਰ ਹੈ ਨਹੀਂ ਕਿਸੇ ਕੋਲ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਹਿਤ ਕਬੀਰ ਸੁਨਹੁ ਰੇ ਲੋਈ। ਐਵੇਂ ਨਾ ਭਰਮ ਪਾਲ ਲਿਓ ਵੀ ਅਸੀਂ ਕਾਸ਼ੀ ਵਿੱਚ ਰਹਿੰਦੇ ਹਾਂ, ਸਾਡਾ ਕੋਈ ਲੇਖਾ ਨਹੀਂ ਹੋਵੇਗਾ। ਉਹਨੇ ਐਵੇਂ ਭਰਮ ਨਾ ਪਾਲ ਲਿਓ। ਲੇਖੇ ਹੋਣੇ ਸਾਰਿਆਂ ਦੇ, ਕਰਮ ਚੰਗੇ ਹੋਣਗੇ ਫੇਰ ਛੁਟਕਾਰਾ, ਫੇਰ ਪਾਰ ਉਤਾਰਾ ਹੈ। ਐਵੇਂ ਨਾ ਭਰਮ ਪਾਲੀ ਜਾਇਓ। ਕਹਿੰਦੇ ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜਾਇ ਹੋਈ। ਊਖਰ ਮਗਹਰ, ਊਖਰ ਸ਼ਬਦ ਵਰਤਿਆ। ਊਖਰ ਤਲਰਾਠੀ ਧਰਤੀ, ਬੰਜਰ, ਜਿੱਥੇ ਕੁਝ ਨਹੀਂ ਹੁੰਦਾ। ਸੋ ਉਸ ਕਲਰਾਠੀ ਧਰਤੀ 'ਤੇ ਜਾ ਕੇ ਕਬੀਰ ਸਾਹਿਬ ਜੀ ਨੇ ਰਾਮ ਨਾਮ ਦਾ ਬੀਜ ਬੋਇਆ। ਅਤੇ ਸਾਰਾ ਜਗਤ ਅੱਜ ਕਬੀਰ ਨੂੰ ਜਾਣਦਾ। ਅਤੇ ਗੁਰੂ ਸਾਹਿਬ ਜੀ ਨੇ ਕਬੀਰ ਸਾਹਿਬ ਨੂੰ ਸ਼੍ਰੋਮਣੀ ਭਗਤ ਵਜੋਂ ਲਿਆ। ਕਹਿੰਦੇ ਸ਼੍ਰੋਮਣੀ ਭਗਤ ਨੇ, ਆਪ ਵੀ ਤਰੇ ਨੇ ਅਤੇ ਸੰਗੀ ਸਾਥੀ ਸਗਲ ਤਰਾਏ। ਮਗਹਰ ਵਾਲੇ ਸਾਰੇ ਤਾਰ ਲਏ। ਉਹ ਹਿਰਦਾ, ਜਿਸ ਹਿਰਦੇ ਵਿੱਚ ਕਦੀ ਰੱਬ ਦੀ ਗੱਲ ਪਈ ਨਹੀਂ ਸੀ, ਉਹ ਬੰਜਰ ਧਰਤੀ, ਉਹ ਮਗਹਰ ਦੀ ਧਰਤੀ, ਉਹ ਮਗਹਰ ਦੀ ਧਰਤੀ। ਅਤੇ ਪਰ ਜਦੋਂ ਉਹਦੀ ਕਿਰਪਾ ਹੋ ਜਾਂਦੀ ਨਾ, ਬੀਜ ਵੀ ਬੋਇਆ ਜਾਂਦਾ ਹੈ। ਕਠੋਰ ਤੋਂ ਕਠੋਰ ਹਿਰਦੇ ਦੇ ਉੱਤੇ ਵੀ ਬਾਣੀ ਅਸਰ ਕਰਦੀ ਹੈ। ਅਤੇ ਫਿਰ ਉਹ ਹਿਰਦਾ ਵੀ ਹਰਿਆਵਲਤਾਈ ਦੇ ਨਾਲ ਲਹਿਲਹਾ ਉੱਠਦਾ ਹੈ। ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰਿਓ, ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਵਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਬਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹਾਂ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋਂ ਕਰੇ ਤੇਰਾ। ਘਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤ। ਸ਼ਬਦ ਤਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾ ਜਿਤ ਕਰ ਧਾਰਿਆ,
ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਲ ਜਿਨ ਕੋ ਸੇ ਨਾਮ ਹਰਖੇ ਲਾਗੇ ਕਹਿ ਨਾਨਕ ਤੈਸ ਕਹੂੰ ਆਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਅਰਦਾਸ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੂਖ ਕੰਧੇਰੇ ਤੁਮਰਾ ਅੰਤ ਉੱਚਾ ਭਗਵੰਤ ਸੂਤਰ ਧਾਰੀ ਸੋ ਆਗਿਆਕਾਰੀ ਤੁਮ ਹੀ ਜਾਨੀ ਸਦਾ ਕੁਰਬਾਨੀ ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਟੀਆਂ ਦਿੱਤੀਆਂ ਤੱਕੀਆਂ ਸਿਰ ਕੁਮਾਨ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਜੀ ਦੇਖ ਕੇ ਅੰਦਰ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਖਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇ ਦੇਵ ਦੇਵ ਫਤਿਹ ਮਿਲਦ ਕੀ ਪਾਈ ਪੰਥ ਕੀ ਜੀਤ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਗੁਰੂ ਜੀ ਵਾਹਿਗੁਰੂ। ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਫਤਿਹ ਰਾਖੀ ਰਾਤ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤ ਨੇਕੀਆਂ ਬਾਣੀਆਂ ਦੀ ਜਾਪ ਹੋਏ ਆਸਾ ਜੀ ਦੀ ਵਾਰ ਦੇਖੀ ਸ਼ਬਦ ਦੀ ਵਿਚਾਰ ਹੋਈ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦੇ ਜਾਪ ਹੋਏ ਭੁੱਲਾਂ ਦੀ ਖਿਮਾ ਕਰਨੀ ਬਾਣੀ ਦਾ ਮਹਾਤਮ ਆਈਆਂ ਸੰਗਤਾਂ ਨੂੰ ਬਖਸ਼ਣਾ ਤੇ ਫੁੱਲ ਹਾਜ਼ਰ ਦਰ ਪ੍ਰਵਾਨ ਕਰਨਾ ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਬਖਸ਼ੀਆਂ ਜਾਤਾਂ ਚੋਂ ਕੜਾਹ ਪ੍ਰਸ਼ਾਦ ਦੇ ਪੁੱਤਰ ਹਾਜ਼ਰ ਨੇ ਕਈ ਭਾਗ ਸਰ ਸੋਚ ਪਵਿੱਤਰਾ ਹੋਣ ਦਾ ਸ਼ੁਰੂ ਕਰਨਾ ਕੀਰਤ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਜੀ ਛਕਿਆ ਆਪਣਾ ਨਾਮ ਜਪੇ ਜੀ ਪਾਵਨ ਹੁਕਮ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਬਿਨਾਂ ਮਿਲਿਆ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ
ਤਵੀ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ, ਆਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ, ਚੜੇ ਸੋਤਰੇ ਪਾਰ, ਗੁਰ ਪਾਰ ਉਤਾਰਨਹਾਰ, ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ ਦੇ, ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣ, ਜਿਤ ਸੇਵਿਐ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ, ਹਉ ਮੈਂ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸੋਭਾ ਹੋਏ ਪੌੜੀ। ਤੂੰ ਕਰਣ ਕਾਰਣ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ, ਪ੍ਰਭ ਹਰਿ ਭਾਵੈ ਸੋਈ। ਗੁਰਮੁਖ ਨਾਨਕ ਅਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਗੁਰਮੁਖ ਨਾਨਕ ਅਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਗੁਰੂ ਵਾਹਿਗੁਰੂ ਵਾਹਿਗੁਰੂ ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।